प्यारे बच्चों सारिਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹਾਂ ਬੇਟਾ, ਤਾਂ ਆਪਾਂ ਬੱਚੇ ਨਵੋਦਿਆ ਪ੍ਰੀਖਿਆ ਦੀ ਤਿਆਰੀ ਦੇ ਵਿੱਚ ਮੈਂਟਲ ਐਬਿਲਿਟੀ ਵਾਲਾ ਪੋਰਸ਼ਨ ਕਰਦੇ ਪਏ ਆ। ਮੈਂਟਲ ਐਬਿਲਿਟੀ ਵਾਲੇ ਪੋਰਸ਼ਨ ਦੇ ਵਿੱਚ ਆਪਾਂ ਕ੍ਰਮ ਸੰਬੰਧੀ ਪ੍ਰੀਖਣ ਦੇ 2 ਸੈੱਟ ਕਰ ਚੁੱਕੇ ਆ। ਤੀਜਾ ਸੈੱਟ ਬੇਟਾ ਆਪਣਾ ਚੱਲਦਾ ਪਿਆ, ਜਿਹਦੇ ਵਿੱਚ ਆਪਾਂ 15 ਤੱਕ ਸਵਾਲ ਕਰ ਲਏ ਸੀ। ਹੁਣ ਆਪਾਂ 16 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ। ਤਾਂ ਬੇਟਾ ਤੁਸੀਂ ਸੁਣਿਆ ਹੋਣਾ ਆ ਵੀ ਹਲਕੀ ਲਗਾਤਾਰ ਜੇਕਰ ਬਰਸਾਤ ਹੁੰਦੀ ਰਹੇ ਤਾਂ ਉਹ ਹੜ੍ਹਾਂ ਦਾ ਕਾਰਨ ਬਣ ਜਾਂਦੀ ਹੈ। ਇਸੇ ਤਰ੍ਹਾਂ ਹੀ ਬੇਟਾ ਜੇ ਤੁਸੀਂ ਲਗਾਤਾਰ ਥੋੜੀ ਨਿਰੰਤਰ ਮਿਹਨਤ ਕਰਦੇ ਰਹੋਗੇ ਤਾਂ ਉਹ ਤੁਹਾਡੇ ਜੀਵਨ ਦੇ ਵਿੱਚ ਚਮਤਕਾਰੀ ਤਬਦੀਲੀ ਦਾ ਕਾਰਨ ਬਣ ਸਕਦੀ ਹੈ। ਸੋ ਇਸ ਕਰਕੇ ਬੇਟਾ ਰੋਜ਼ ਦੀ ਰੋਜ਼ ਜਿਹੜੇ ਸਵਾਲ ਤੁਹਾਨੂੰ ਭੇਜੇ ਜਾਂਦੇ ਆ ਇਹਨਾਂ ਨੂੰ ਕਰ ਲਓ, ਸਮਾਂ ਇਦੋਂ ਅੱਗੇ ਕਰਿਆ ਕਰੋ ਆਪਣੇ ਪੱਧਰ ਦੇ ਉੱਤੇ। ਠੀਕ ਹੈ ਬੇਟਾ, ਇਹ ਨਹੀਂ ਰਹਿਣਾ ਵੀ ਵੀਡੀਓ ਆਊਗੀ ਤਾਂ ਅਸੀਂ ਅਗਲੇ ਸਵਾਲ ਕਰਾਂਗੇ, ਤਾਂ ਨਾਲ ਦੀ ਨਾਲ ਦੇਖੋ। ਬਸ ਇਹਦਾ ਟ੍ਰੈਂਡ ਸਮਝ ਲਓ ਬੇਟਾ ਵੀ ਇਹ ਕਿਸ ਤਰ੍ਹਾਂ ਚੱਲਦੀਆਂ ਆ ਫਿਗਰਾਂ। ਬਸ ਇੱਕ ਵਾਰੀ ਤੁਹਾਨੂੰ ਸਮਝ ਆ ਗਈ, ਉਦੋਂ ਬਾਅਦ ਦੇ ਵਿੱਚ ਕੰਮ ਬੜਾ ਸੌਖਾ ਹੈਗਾ ਆ। ਫਿਰ ਜਿੱਥੋਂ ਮਰਜ਼ੀ ਫਿਗਰ ਆ ਜਾਏ ਤੁਸੀਂ ਬੜੀ ਆਸਾਨੀ ਦੇ ਨਾਲ ਕਰ ਲਓਗੇ ਸਵਾਲ। ਤਾਂ ਬੇਟਾ 16 ਨੰਬਰ ਫਿਗਰ ਦੇ ਉੱਤੇ ਪਹੁੰਚ ਗਏ ਆਪਾਂ ਧਿਆਨ ਦੇ ਨਾਲ। ਆ ਆਪਣੇ ਕੋਲੇ ਕੁਐਸਚਨ ਫਿਗਰ ਦਿੱਤੀ ਹੋਈ ਹੈ। ਇਹਦੇ ਵਿੱਚ ਇਹ 3 ਆਕ੍ਰਿਤੀਆਂ ਦੀ ਆਪਸ ਦੇ ਵਿੱਚ ਕੋਈ ਨਾ ਕੋਈ ਲੜੀ ਬਣਦੀ ਪਈ ਹੈ। ਠੀਕ ਆ, ਉਹ ਲੜੀ ਆਪਾਂ ਸਟੱਡੀ ਕਰਨੀ ਹੈ, ਫਿਰ ਆਪਾਂ ਦੱਸਣਾ ਇਹਦੇ ਵਿੱਚੋਂ ਚੌਥੀ ਫਿਗਰ 'ਚ ਚੌਥੇ ਖਾਨੇ 'ਚ ਕਿਹੜੀ ਫਿਗਰ ਆਊਗੀ। ਆ ਆਨਸਰ ਫਿਗਰ ਹੈਗੀਆਂ। ਠੀਕ ਹੈ ਬੇਟਾ, ਤਾਂ ਆ ਦੇਖੋ ਬੇਟਾ, ਇੱਕ ਗੁਣਾ ਦਾ ਨਿਸ਼ਾਨ ਜਾਂ ਕ੍ਰਾਸ ਦਾ ਨਿਸ਼ਾਨ ਆਪਾਂ ਮੰਨ ਸਕਦੇ ਹਾਂ। ਠੀਕ ਹੈ, ਇਹਦੇ ਵਿੱਚ ਇੱਕ ਐਰੋ ਲੱਗਿਆ ਹੋਇਆ ਹੈ। ਠੀਕ ਹੈ, ਔਰ ਇਹ ਐਰੋ ਆ ਜਿਹੜਾ ਅਗਲੀ ਫਿਗਰ ਦੇ ਵਿੱਚ 90 ਡਿਗਰੀ ਦੇ ਉੱਤੇ ਘੁੰਮ ਜਾਂਦਾ ਹੈ। ਠੀਕ ਹੈ, ਇਧਰੋਂ ਇਧਰ ਨੂੰ ਆ ਗਿਆ, ਕਲੌਕ ਵਾਈਜ਼ ਘੁੰਮਦਾ ਪਿਆ। ਉਦੋਂ ਅਗਲੀ ਫਿਗਰ ਦੇ ਵਿੱਚ ਫੇਰ 90 ਡਿਗਰੀ ਤੇ ਥੱਲੇ ਨੂੰ ਆ ਗਿਆ। ਉਦੋਂ ਅਗਲੀ ਫਿਗਰ 'ਚ ਬੇਟਾ ਇਹ 90 ਡਿਗਰੀ ਤੇ ਇੱਥੇ ਇਧਰਲੇ ਪਾਸੇ ਨੂੰ ਘੁੰਮ ਜਾਊਗਾ। ਤਾਂ ਇੱਥੇ ਇਹ ਆਪਾਂ ਦੇਖ ਲੈਣਾ ਇਹ ਫਿਗਰ ਕਿੱਥੇ ਬਣਦੀ ਪਈ ਹੈ, ਐਰੋ ਇਧਰ ਨੂੰ ਕਿੱਥੇ ਘੁੰਮਿਆ ਹੈ। ਤਾਂ ਬੇਟਾ ਆਹ 3 ਨੰਬਰ ਫਿਗਰ ਹੈ ਜਿਹੜੀ ਸਾਡੀ ਹੱਲ ਨੂੰ ਫੁੱਲਫਿਲ ਕਰਦੀ ਪਈ ਹੈ, ਸਾਡੀ ਸਮੱਸਿਆ ਨੂੰ ਕੰਪਲੀਟ ਕਰਦੀ ਪਈ, ਸਮੱਸਿਆ ਦੇ ਉੱਤਰ ਨੂੰ। ਤਾਂ ਇਸ ਕਰਕੇ 3 ਨੰਬਰ ਤੇ ਅਸੀਂ ਆਨਸਰ ਲਾ ਦੇਵਾਂਗੇ। ਇਹ ਸਾਡਾ ਆਨਸਰ ਫਿਗਰ ਹੈਗੀ ਹੈ। ਸੋ ਬੇਟਾ ਹੁਣ ਆਪਾਂ 17 ਨੰਬਰ ਸਮੱਸਿਆ ਦੇ ਉੱਤੇ ਪਹੁੰਚ ਗਏ। 17 ਨੰਬਰ ਸਵਾਲ ਦੇ ਉੱਤੇ ਆਪਾਂ ਦੇਖਦੇ ਹਾਂ 17 ਨੰਬਰ ਸਵਾਲ ਦੇ ਵਿੱਚ ਕੀ ਹੈ ਜਿਹੜੀਆਂ ਫਿਗਰ ਦਿੱਤੀਆਂ ਹੋਈਆਂ ਆ। ਹਾਂ ਬੇਟਾ, ਤਾਂ ਹੁਣ ਆਪਾਂ 17 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ। 17 ਨੰਬਰ ਸਵਾਲ ਦੇ ਵਿੱਚ ਫੇਰ ਆ ਬੇਟਾ ਪ੍ਰੋਬਲਮ ਫਿਗਰ ਹੈ, ਇਹਨੂੰ ਆਪਾਂ ਸਟੱਡੀ ਕਰਾਂਗੇ। ਇਹਦੇ 'ਚ ਕੋਈ ਨਾ ਕੋਈ ਲੜੀ ਚੱਲਦੀ ਪਈ ਹੈ। ਠੀਕ ਹੈ ਬੇਟਾ, ਤਾਂ ਆ 3 ਜ਼ੀਰੋਆਂ ਬਣੀਆਂ ਹੋਈਆਂ ਜਾਂ ਗੋਲੇ ਬਣੇ ਹੋਏ ਆ। ਇਹਨਾਂ ਦੇ ਵਿੱਚ ਬੇਟਾ ਇੱਕ ਤੁਸੀਂ ਦੇਖੋ ਧਿਆਨ ਦੇ ਨਾਲ ਵੀ ਪਹਿਲਾਂ ਇਧਰਲੇ ਪਾਸੇ ਸਿੰਗਲ ਡੰਡੀ ਹੈ ਜਿਹੜੀ ਲੱਗੀ ਹੋਈ ਹੈ 2 ਗੋਲਿਆਂ ਦੇ ਵਿੱਚ। ਠੀਕ ਹੈ ਬੇਟਾ, ਉਦੋਂ ਬਾਅਦ ਦੇ ਵਿੱਚ ਅਗਲੇ ਸਟੈਪ ਦੇ ਉੱਤੇ ਆ 2 ਗੋਲਿਆਂ ਦੇ ਵਿੱਚ ਅਗਲੇ ਗੋਲਿਆਂ ਦੇ ਵਿੱਚ 2 ਡੰਡੀਆਂ ਲਗਾ ਦਿੱਤੀਆਂ ਗਈਆਂ। ਠੀਕ ਹੈ ਬੇਟਾ, ਇਹਦਾ ਮਤਲਬ ਇਹ ਜਿਹੜੀ ਡੰਡੀ ਆ ਕਲੌਕਵਾਈਜ਼ ਚੱਲਦੀ ਪਈ। ਉਦੋਂ ਅਗਲੇ ਸਟੈਪ 'ਚ ਦੋਵਾਂ ਤੋਂ ਫੇਰ ਇੱਥੇ ਇੱਕ ਡੰਡੀ ਹੋ ਗਈ। ਠੀਕ ਹੈ ਬੇਟਾ, ਇੱਕ ਵਾਰੀ 2 ਡੰਡੀਆਂ। ਇਦੋਂ ਅਗਲੀ ਵਾਰੀ ਕੀ ਹੋਣਗੀਆਂ, 2 ਡੰਡੀਆਂ ਹੋਣਗੀਆਂ। ਔਰ ਉਹ 2 ਡੰਡੀਆਂ ਕਿਵੇਂ ਚੱਲਣਗੀਆਂ, ਇੱਥੋਂ ਇੱਥੇ ਨੂੰ 2 ਡੰਡੀਆਂ ਲੱਗੀਆਂ ਹੋਈਆਂ ਹੋਣਗੀਆਂ। ਤਾਂ ਆਪਾਂ ਇਹ ਫਿਗਰ 'ਚ ਦੇਖ ਲਵਾਂਗੇ ਵੀ ਇੱਥੇ 2 ਡੰਡੀਆਂ ਕਿਹੜੀਆਂ, ਕਿਉਂਕਿ ਆਹ ਡੰਡੀ ਨਹੀਂ ਹੋਗੀ। ਇੱਕ ਵਾਰੀ 1 ਚੱਲਦੀ, ਇੱਕ ਵਾਰੀ 2 ਚੱਲਦੀ ਹੈ। ਤੇ ਜਦੋਂ ਅਸੀਂ 1 ਨੰਬਰ ਆਕ੍ਰਿਤੀ ਨੂੰ ਧਿਆਨ ਨਾਲ ਦੇਖਦੇ ਪਏ ਹਾਂ ਤੇ ਇਹ ਸਾਡੀ ਜਿਹੜੀ ਆਨਸਰ ਦੀ ਕੰਡੀਸ਼ਨ ਨੂੰ ਫੁੱਲਫਿਲ ਕਰਦੀ ਪਈ ਹੈ। ਇੱਥੇ 2 ਡੰਡੀਆਂ ਲੱਗ ਗਈਆਂ, ਇੱਥੋਂ ਡੰਡੀ ਚੁੱਕੀ ਗਈ ਤੇ ਕਲੌਕ ਵਾਈਜ਼ ਦੇ ਡੰਡੀ ਕਦੀ 1 ਕਦੀ 2 ਘੁੰਮਦੀ ਪਈ ਹੈ। ਇਸ ਕਰਕੇ ਇਹ ਸਾਡਾ ਇਹ ਆਨਸਰ ਫਿਗਰ ਹੈਗੀ ਹੈ, ਇਹਨੂੰ ਅਸੀਂ ਟਿਕ ਕਰ ਦੇਵਾਂਗੇ। ਸੋ ਬੇਟਾ ਇਹ ਸੀ 17 ਨੰਬਰ ਸਵਾਲ ਦਾ ਆਨਸਰ। ਹੁਣ ਆਪਾਂ 18 ਨੰਬਰ ਸਵਾਲ ਦੇ ਬਾਰੇ ਦੇਖਾਂਗੇ ਵੀ ਉੱਥੇ ਕਿਸ ਤਰ੍ਹਾਂ ਦੀਆਂ ਕਿਰਤੀਆਂ ਦਿੱਤੀਆਂ ਹੋਈਆਂ ਹੈਗੀਆਂ ਆ। 18 ਨੰਬਰ ਸਵਾਲ। ਹਾਂ ਬੇਟਾ, ਤਾਂ ਹੁਣ ਆਪਾਂ ਇਸੇ ਸੈੱਟ ਦੀ 18 ਨੰਬਰ ਕਿਰਤੀ ਦੇ ਉੱਤੇ ਪਹੁੰਚ ਗਏ। 18 ਨੰਬਰ ਪ੍ਰਸ਼ਨ ਦੇ ਉੱਤੇ ਪਹੁੰਚ ਗਏ। ਤਾਂ 18 ਨੰਬਰ ਪ੍ਰਸ਼ਨ ਦੇ ਵਿੱਚ ਬੇਟਾ ਆਪਾਂ ਫੇਰ ਆ ਸਾਨੂੰ ਪ੍ਰੋਬਲਮ ਫਿਗਰ ਦਿੱਤੀ ਹੋਈ ਹੈ ਤੇ ਆ ਸਾਨੂੰ ਆਨਸਰ ਫਿਗਰ ਦਿੱਤੀ ਹੈ। ਪ੍ਰੋਬਲਮ ਫਿਗਰ ਨੂੰ ਅਸੀਂ ਧਿਆਨ ਨਾਲ ਦੇਖਣਾ, ਇਹਦੇ ਵਿੱਚ ਕੋਈ ਨਾ ਕੋਈ ਲੜੀ ਚੱਲਦੀ ਪਈ ਹੈ ਤੇ ਅਸੀਂ ਚੌਥੇ ਘਰ 'ਚ ਦੇਖਣਾ ਵੀ ਇਸ ਦੇ ਵਿੱਚੋਂ ਆਨਸਰ ਫਿਗਰਾਂ ਦੇ ਵਿੱਚੋਂ ਕਿਹੜੀ ਆਨਸਰ ਫਿਗਰ ਐਗਜ਼ੈਕਟ ਹੋਊਗੀ। ਸੋ ਬੇਟਾ ਜਦੋਂ ਅਸੀਂ ਧਿਆਨ ਦੇ ਨਾਲ ਓਬਜ਼ਰਵ ਕਰਦੇ ਹਾਂ ਤਾਂ ਆ ਦੇਖੋ, ਆ ਇੱਕ ਅੰਦਰ ਵਰਗ ਬਣਿਆ, ਵਰਗ ਦੇ ਵਿੱਚ ਟ੍ਰਾਇੰਗਲ, ਉਹਦੇ ਬਾਹਰਲੇ ਪਾਸੇ ਛੋਟਾ ਜਿਹਾ ਗੋਲਾ ਆ।
ਅਗਲੇ ਸਟੈਪ ਦੇ ਵਿੱਚ ਜਿਹੜੀ ਇਸ ਕਾਰਨਰ ਤੇ ਗੋਲਾ ਵਰਗ ਦੇ ਉਹ ਅੰਦਰ ਚਲਾ ਜਾਂਦਾ, ਅੰਦਰਲੀ ਆਕ੍ਰਿਤੀ ਹੈ ਜਿਹੜੀ ਉਹ ਅਲੋਪ ਹੋ ਜਾਂਦੀ ਹੈ, ਜਾਂ ਦੂਜੇ ਸ਼ਬਦਾਂ 'ਚ ਬਾਹਰ ਆ ਕੇ ਸ਼ੇਪ ਬਦਲ ਲੈਂਦੀ ਹੈ, ਜਿਸ ਤਰ੍ਹਾਂ ਮਰਜ਼ੀ ਸੋਚ ਲਓ। ਠੀਕ ਹੈ ਬੇਟਾ, ਤਾਂ ਗੋਲਾ ਅੰਦਰ ਚਲਾ ਗਿਆ, ਉਹ ਅੰਦਰਲੀ ਟ੍ਰਾਇੰਗਲ ਖਤਮ ਹੋ ਗਈ ਤੇ ਗੋਲੇ ਦੀ ਜਗ੍ਹਾ ਦੇ ਉੱਤੇ ਪੰਜ ਭੁਜ ਆ ਜਿਹੜੀ ਉਹ ਬਣ ਗਈ। ਉਦੋਂ ਅਗਲੇ ਸਟੈਪ ਦੇ ਵਿੱਚ ਬੇਟਾ ਇਹ ਪੰਜ ਭੁਜ ਅੰਦਰ ਚਲੀ ਗਈ ਤੇ ਆ ਅੰਦਰ ਜਿਹੜੀ 0 ਸੀ ਇਹ ਅਲੋਪ ਹੋ ਗਈ ਤੇ ਉਹਦੀ ਜਗ੍ਹਾ ਦੇ ਉੱਤੇ ਆਹ ਵਰਗਾਕਾਰ ਟੇਢਾ ਖੜਾ ਹੋਇਆ ਵਰਗ ਜਿਹੜਾ ਹੈਗਾ ਉਹ ਬਣ ਗਿਆ। ਉਦੋਂ ਅਗਲੇ ਸਟੈਪ ਦੇ ਵਿੱਚ ਕੀ ਹੋਊਗਾ ਬੇਟਾ, ਆਹ ਜਿਹੜਾ ਡਾਇਗਨਲ ਵਰਗ ਖੜਾ ਹੋਇਆ ਹੈਗਾ ਇਹ ਵਰਗ ਐਸ ਸਿੱਧੇ ਵਰਗ ਦੇ ਅੰਦਰਲੇ ਪਾਸੇ ਨੂੰ ਚਲ ਜਾਊਗਾ ਤੇ ਇੱਥੇ ਕੋਈ ਨਵੀਂ ਸ਼ੇਪ ਆ ਜਾਊਗੀ। ਠੀਕ ਹੈ ਬੇਟਾ, ਤਾਂ ਜਦੋਂ ਅਸੀਂ ਸਾਰੀ ਆਨਸਰ ਫਿਗਰ ਨੂੰ ਸਟੱਡੀ ਕਰਦੇ ਹਾਂ ਬੇਟਾ ਤਾਂ ਆ ਅੰਦਰਲੇ ਪਾਸੇ ਡਾਇਗਨਲ ਵਰਗ ਐਸ ਇਹਦੇ ਵਿੱਚ ਜਾਂਦਾ ਪਿਆ, ਐਸ ਪੁਆਇੰਟ ਤੇ ਵੀ ਜਾਂਦਾ, ਪਰ ਇਹਦੇ ਬਾਹਰ ਨਵੀਂ ਆਕ੍ਰਿਤੀ ਹੈ ਨਹੀਂ, ਇਸ ਕਰਕੇ ਇਹ ਨਹੀਂ ਆਨਸਰ ਹੋਊਗਾ। ਠੀਕ ਹੈ, ਤਾਂ ਐਸ ਆਨਸਰ ਦੇ ਵਿੱਚ ਆ ਡਾਇਗਨਲ ਵਰਗ ਹੈ ਜਿਹੜਾ ਉੱਪਰ ਚੱਲ ਜਾਂਦਾ, ਇੱਥੇ ਇੱਕ 6 ਭੁਜ ਹੈ ਜਿਹੜੀ ਹੋਰ ਨਵੀਂ ਆਕ੍ਰਿਤੀ ਆ ਜਾਂਦੀ ਹੈ। ਸੋ ਇਸ ਕਰਕੇ ਬੇਟਾ ਇਹ ਚੌਥਾ ਜਿਹੜਾ ਆਨਸਰ ਹੈ ਸਾਡੇ ਉੱਪਰਲੇ ਪ੍ਰੋਬਲਮ ਫਿਗਰ ਦੇ ਆਨਸਰ ਨੂੰ ਫੁੱਲਫਿਲ ਕਰਦਾ ਪਿਆ, ਇਸ ਕਰਕੇ ਇਹਨੂੰ ਅਸੀਂ ਟਿਕ ਕਰ ਦੇਵਾਂਗੇ। ਇਹ ਸਾਡਾ ਰਾਈਟ ਆਨਸਰ ਹੈਗਾ। ਸੋ ਇਹ ਸੀਗਾ ਬੇਟਾ ਸਾਡਾ ਸਵਾਲ ਨੰਬਰ 18। ਹੁਣ ਆਪਾਂ ਸਵਾਲ ਨੰਬਰ 19 ਦੇ ਉੱਤੇ ਚੱਲਦੇ ਹਾਂ। ਤਾਂ ਸਵਾਲ ਨੰਬਰ 19 ਦੇ ਵਿੱਚ ਦੇਖਦੇ ਹਾਂ ਕਿਸ ਤਰ੍ਹਾਂ ਦੀ ਪ੍ਰੋਬਲਮ ਹੈਗੀ ਆ, ਉਹ ਫਿਗਰ ਕਿਸ ਤਰ੍ਹਾਂ ਚੱਲਦੀ ਪਈ ਹੈ। ਹਾਂ ਬੇਟਾ, ਤਾਂ ਹੁਣ ਆਪਾਂ 19 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ ਬੇਟਾ। 19 ਨੰਬਰ ਸਵਾਲ ਨੂੰ ਧਿਆਨ ਨਾਲ ਆਬਜ਼ਰਵ ਕਰਾਂਗੇ। ਇਹ ਬੇਟਾ ਜਿਵੇਂ ਜਿਵੇਂ ਤੁਸੀਂ ਪ੍ਰੈਕਟਿਸ ਕਰੀ ਜਾਂਦੇ ਆ ਤੁਹਾਨੂੰ ਬਸ ਇਹ ਪਤਾ ਲੱਗੀ ਜਾ ਰਿਹਾ ਵੀ ਇਹ ਕੀ ਟ੍ਰੈਂਡ ਚੱਲਦਾ ਪਿਆ। ਹੌਲੀ ਹੌਲੀ ਕੁਝ ਇੱਕ ਸੈੱਟ ਕਰਕੇ ਫਿਰ ਤੁਸੀਂ ਲਗਭਗ ਸਾਰੇ ਸੈੱਟ ਆਪਣੇ ਆਪ ਕਰਨ ਦੇ ਕਾਬਿਲ ਹੋ ਜਾਓਗੇ। ਤੁਹਾਨੂੰ ਜ਼ਿਆਦਾ ਸਵਾਲ ਆਟੋਮੈਟਿਕਲੀ ਪਤਾ ਲੱਗਣ ਲੱਗ ਪੈਣਗੇ। ਇਸ ਕਰਕੇ ਧਿਆਨ ਨਾਲ ਦੇਖੋ, ਕੱਲਾ ਕੱਲਾ ਪੁਆਇੰਟ ਆਪਾਂ ਨੂੰ ਪਤਾ ਲੱਗ ਜੂਗਾ ਵੀ ਇਹ ਕੀ ਟ੍ਰੈਂਡ ਚੱਲਦਾ ਪਿਆ। ਮੈਂ ਤੁਹਾਨੂੰ ਮੁੱਖ ਰੂਪ ਵਿੱਚ ਦੱਸਿਆ ਹੋਇਆ ਵੀ ਇੱਕ ਕਲੌਕਵਾਈਜ਼ ਤੇ ਇੱਕ ਐਂਟੀ ਕਲੌਕਵਾਈਜ਼ ਆਕ੍ਰਿਤੀਆਂ ਚੱਲਦੀਆਂ। ਠੀਕ ਹੈ, ਇੱਕ ਉਹ ਐਂਗਲ ਦਾ ਹਿਸਾਬ ਰੱਖਣਾ ਤੁਸੀਂ। ਠੀਕ, ਤਾਂ ਇਸ ਆਕ੍ਰਿਤੀ ਦੇ ਵਿੱਚ ਦੇਖੋ 19 ਨੰਬਰ ਦੇ ਵਿੱਚ ਆਹ ਪ੍ਰੋਬਲਮ ਫਿਗਰ ਹੈਗੀ ਆ। ਇਹਨਾਂ 'ਚ ਕੋਈ ਨਾ ਕੋਈ ਕ੍ਰਮ ਬਣਦਾ ਪਿਆ ਤੇ ਥੱਲੇ ਆਨਸਰ ਫਿਗਰ ਆ, ਇਹਨਾਂ 'ਚੋਂ ਦੇਖਣਾ ਵੀ ਕੀ ਆਨਸਰ ਆਊਗਾ। ਤਾਂ ਇਹਦੇ ਵਿੱਚ ਬੇਟਾ ਜਦੋਂ ਅਸੀਂ ਧਿਆਨ ਦੇ ਨਾਲ ਦੇਖਦੇ ਹਾਂ ਆ ਟ੍ਰਾਇੰਗਲ ਬਣੀ ਹੋਈ, ਟ੍ਰਾਇੰਗਲ ਦੇ ਵਿੱਚ ਇੱਕ ਐਰੋ ਬਣਿਆ ਹੋਇਆ, ਐਰੋ ਦਾ ਮੂੰਹ ਉੱਪਰ ਨੂੰ ਆ। ਠੀਕ ਹੈ, ਇਹ ਜੇ ਦੇਖੀਏ ਤਾਂ ਅਗਲੀ ਆਕ੍ਰਿਤੀ ਦੇ ਵਿੱਚ ਬੇਟਾ ਟ੍ਰਾਇੰਗਲ ਮੂਵ ਕਰ ਗਈ 90 ਡਿਗਰੀ ਤੇ ਆਹ ਨੋਬ ਇਧਰਲੇ ਪਾਸੇ ਨੂੰ ਆ ਗਈ। ਠੀਕ ਹੈ, ਟ੍ਰਾਇੰਗਲ ਕਲੌਕਵਾਈਜ਼ ਚੱਲ ਰਹੀ ਹੈ, ਇਹਦੇ ਅੰਦਰ ਜਿਹੜਾ ਐਰੋ ਬਣਿਆ ਹੋਇਆ ਉਹ ਐਂਟੀ ਕਲੌਕਵਾਈਜ਼ ਆ। ਇਹ 90 ਡਿਗਰੀ ਤੇ ਐਰੋ ਇੱਧਰ ਨੂੰ ਆ ਗਈ। ਠੀਕ ਹੈ ਬੇਟਾ, ਉਹਦੇ ਤੋਂ ਬਾਅਦ ਦੇ ਵਿੱਚ ਟ੍ਰਾਇੰਗਲ 90 ਡਿਗਰੀ ਤੇ ਫਿਰ ਇੱਥੇ ਪੁੱਠੀ ਹੋ ਗਈ ਤੇ ਇਹ ਜਿਹੜੀ ਐਰੋ ਐ ਨੂੰ ਗਈ ਸੀ ਐਂਟੀ ਕਲੌਕਵਾਈਜ਼, ਇਹ ਐ ਨੂੰ ਹੋ ਗਈ 90 ਡਿਗਰੀ ਤੇ। ਤਾਂ ਨੈਕਸਟ ਦੇ ਵਿੱਚ ਬੇਟਾ ਕੀ ਹੋਊਗਾ ਵੀ ਟ੍ਰਾਇੰਗਲ 90 ਡਿਗਰੀ ਤੇ ਇੱਧਰ ਆ ਜੂਗੀ, ਹੈ ਨਾ, ਇਹ ਇਸ ਤਰ੍ਹਾਂ ਦੀ ਆਕ੍ਰਿਤੀ ਬਣ ਜੂਗੀ। ਟ੍ਰਾਇੰਗਲ ਦਾ ਮੂੰਹ ਇੱਧਰ ਨੂੰ ਆ ਜੂਗਾ ਬੇਟਾ ਤੇ ਆ ਜਿਹੜੀ ਐਰੋ ਦੇਖੋ, ਐਰੋ ਧਿਆਨ ਦੇ ਨਾਲ ਐਂਟੀ ਕਲੌਕਵਾਈਜ਼ ਚੱਲਦੀ ਪਈ ਸੀ, ਇੱਥੋਂ ਇੱਥੇ ਨੂੰ ਐਰੋ ਇੱਥੋਂ ਐ ਨੂੰ ਚਲੀ ਜਾਊਗੀ। ਠੀਕ ਹੈ ਬੇਟਾ, 90 ਡਿਗਰੀ ਤੇ ਐਂਟੀ ਕਲੌਕਵਾਈਜ਼ ਮੂਵ ਕਰਦੀ ਪਈ ਆ। ਤਾਂ ਇਸ ਤਰ੍ਹਾਂ ਦੀ ਆਕ੍ਰਿਤੀ ਹੈ ਜਿਹੜੀ ਅਸੀਂ ਦੇਖ ਲਵਾਂਗੇ ਕਿੱਥੇ ਬਣਦੀ ਪਈ ਹੈ ਬੇਟਾ। ਤਾਂ ਆਹ ਦੇਖੋ ਸੈਕਿੰਡ ਵਨ ਆਕ੍ਰਿਤੀ ਹੈ ਜਿਹੜੀ ਟ੍ਰਾਇੰਗਲ ਐ ਨੂੰ ਮੂਵ ਕਰ ਗਈ, ਐਰੋ ਦਾ ਮੂੰਹ ਓ ਨੂੰ ਹੋ ਗਿਆ। ਸਾਡੀਆਂ ਸਾਰੀਆਂ ਕੰਡੀਸ਼ਨਾਂ ਨੂੰ ਫੁੱਲਫਿਲ ਕਰਦੀ ਪਈ ਹੈ, ਇਸ ਕਰਕੇ ਸੈਕਿੰਡ ਵਨ ਆ ਸਾਡੇ ਕੋਲੇ ਬੈਸਟ ਆਪਸ਼ਨ ਹੈਗੀ ਹੈ, ਇਹਨੂੰ ਅਸੀਂ ਟਿਕ ਕਰ ਦੇਵਾਂਗੇ। ਸੋ ਇਹ ਸੀਗਾ ਬੇਟਾ 19 ਨੰਬਰ ਸਵਾਲ। ਹੁਣ ਆਪਾਂ 20 ਨੰਬਰ ਸਵਾਲ ਬਾਰੇ ਗੱਲ ਕਰਾਂਗੇ। 20 ਨੰਬਰ ਸਵਾਲ ਦੇ ਵਿੱਚ ਬੇਟਾ ਅਸੀਂ ਆਹ ਪ੍ਰੋਬਲਮ ਫਿਗਰ ਹੈ, ਇਹਦੇ ਵਿੱਚ ਅਸੀਂ ਦੇਖਾਂਗੇ ਇੱਥੇ ਕੋਈ ਨਾ ਕੋਈ ਲੜੀ ਚੱਲਦੀ ਪਈ ਹੈ ਤੇ ਇਸ ਲੜੀ ਅਨੁਸਾਰ ਚੌਥੇ ਘਰ 'ਚ ਕਿਹੜਾ ਜਿਹੜਾ ਇਹਦਾ ਆਨਸਰ ਫਿਗਰ 'ਚੋਂ ਆਪਾਂ ਫਿਲ ਕਰਾਂਗੇ। ਤਾਂ ਬੇਟਾ ਆਹ ਪਹਿਲਾਂ 4 ਲਾਈਨਾਂ ਖੜੇ ਦਾ ਬਣਾਈਆਂ ਹੋਈਆਂ, ਉਦੋਂ ਬਾਅਦ ਅਗਲੇ ਸਟੈਪ ਦੇ ਵਿੱਚ ਉੱਪਰਲੇ ਪਾਸੇ ਇੱਕ ਲੇਟਵੇਂ ਦਾ ਲਾਈਨ ਹੈ ਜਿਹੜੀ ਇੱਥੇ ਲਗਾ ਦਿੱਤੀ ਜਾਂਦੀ ਹੈ। ਠੀਕ ਹੈ ਬੇਟਾ, ਉਦੋਂ ਅਗਲੇ ਸਟੈਪ ਦੇ ਵਿੱਚ ਇਹ ਲੇਟਵੇਂ ਦਾ ਲਾਈਨ ਅਗਲੇ ਘਰ 'ਚ ਜਾ ਕੇ ਥੱਲੇ ਚਲੀ ਜਾਂਦੀ ਹੈ। ਠੀਕ ਹੈ, ਇੱਕ ਘਰ ਬਦਲਦੀ ਪਈ ਹੈ ਇੱਧਰ ਨੂੰ, ਪਰ ਇਹ ਉੱਪਰ ਥੱਲੇ ਮੂਵ ਕਰਦੀ ਪਈ। ਇਦੋਂ ਅਗਲੇ ਸਟੈਪ ਦੇ ਵਿੱਚ ਬੇਟਾ ਆਹ ਲੇਟਵੇਂ ਦਾ ਲਾਈਨ ਹੈ ਜਿਹੜੀ ਇਹ ਇੱਥੇ ਚਲ ਜੂਗੀ, ਬਾਕੀ ਸਾਰੀਆਂ ਡੰਡੀਆਂ ਜਿਹੜੀਆਂ ਉਹ ਖੜੀਆਂ ਰਹਿਣਗੀਆਂ, ਆਹ ਦੋ ਜੁੜੀਆਂ ਹੋਣਗੀਆਂ। ਤਾਂ ਜਦੋਂ ਇਹ ਆਪਾਂ ਦੇਖਦੇ ਹਾਂ 3 ਨੰਬਰ ਆਕ੍ਰਿਤੀ ਹੈ ਜਿਹੜੀ ਐਸੇ ਤਰ੍ਹਾਂ ਦੀ ਕੰਡੀਸ਼ਨ ਨੂੰ ਫੁੱਲਫਿਲ ਕਰਦੀ ਪਈ ਜਿਹੜੀ ਆਪਾਂ ਡਰਾਅ ਕਰਦੇ ਪਏ ਆ। ਤਾਂ ਇਸ ਕਰਕੇ ਬੇਟਾ ਸਾਰੀਆਂ ਕੰਡੀਸ਼ਨਾਂ ਫੁੱਲਫਿਲ ਕਰਨ ਕਰਕੇ 3 ਨੰਬਰ ਆਕ੍ਰਿਤੀ ਨੂੰ ਅਸੀਂ ਟਿਕ ਕਰ ਦਾਂਗੇ। ਇਹੀ ਸਾਡਾ ਰਾਈਟ ਆਨਸਰ ਹੈਗਾ ਹੈ ਇੱਥੇ।
ਤੋ ਨੈਕਸਟ ਆਪਾਂ ਬੇਟਾ 21 ਨੰਬਰ ਸਵਾਲ ਤੇ ਚੱਲਦੇ ਹਾਂ, ਦੇਖਦੇ ਹਾਂ ਉੱਥੇ ਕੀ ਕਹਿੰਦਾ ਪਿਆ ਸਾਨੂੰ। 21 ਨੰਬਰ ਸਵਾਲ ਦੇ ਵਿੱਚ ਵੀ ਬੇਟਾ ਉੱਪਰ ਸਮੱਸਿਆ ਚਿੱਤਰ ਹੈਗਾ, ਅਸੀਂ ਧਿਆਨ ਦੇ ਨਾਲ ਆਬਜ਼ਰਵ ਕਰਾਂਗੇ ਵੀ ਇਹ ਸਮੱਸਿਆ ਚਿੱਤਰ ਕਿਸ ਤਰ੍ਹਾਂ ਚੱਲਦਾ ਪਿਆ। ਇਹਦੇ ਵਿੱਚ ਬੇਟਾ ਆਹ 4 ਲਾਈਨਾਂ ਖੜੇ ਦਾ ਦਿੱਤੀਆਂ ਹੋਈਆਂ। ਪਹਿਲੇ ਸਟੈਪ ਤੋਂ ਅਗਲੇ ਸਟੈਪ ਦੇ ਵਿੱਚ ਆ ਇੱਕ ਲਾਈਨ ਹੈ ਜਿਹੜੀ ਇਹ ਤਿਰਛੀ ਹੋ ਜਾਂਦੀ ਹੈ ਥੋੜੀ ਜੀ, ਠੀਕ ਹੈ, ਐਂਗਲ ਚੇਂਜ ਹੋ ਜਾਂਦਾ ਥੋੜਾ ਜਿਹਾ ਇਹਦਾ। ਉਦੋਂ ਅਗਲੇ ਸਟੈਪ 'ਚ ਇੱਕ ਹੋਰ ਲਾਈਨ ਇਸ ਤਰ੍ਹਾਂ ਥੋੜੀ ਜੀ ਤਿਰਛੀ ਹੋ ਜਾਂਦੀ ਹੈ, ਠੀਕ ਹੈ ਬੇਟਾ। ਤਾਂ ਉਦੋਂ ਅਗਲੇ ਸਟੈਪ ਦੇ ਵਿੱਚ ਇੱਕ ਹੋਰ ਲਾਈਨ ਹੈ ਜਿਹੜੀ ਉਹ ਤਿਰਛੀ ਹੋ ਜੂਗੀ, ਇੱਕ ਲਾਈਨ ਹੀ ਸਿੱਧੀ ਰਹਿ ਜੂਗੀ। ਤਾਂ ਜਦੋਂ ਅਸੀਂ ਆਨਸਰ ਕਿਰਤੀਆਂ ਨੂੰ ਧਿਆਨ ਨਾਲ ਦੇਖਦੇ ਹਾਂ ਤਾਂ ਸੈਕਿੰਡ ਵਨ ਆ ਜਿਹੜੀ ਸਾਡੇ ਕੋਲੇ ਬੈਸਟ ਆਪਸ਼ਨ ਬਣਦੀ ਪਈ ਹੈ। ਸੈਕਿੰਡ ਆਪਸ਼ਨ ਨੂੰ ਅਸੀਂ ਟਿਕ ਕਰ ਦਾਂਗੇ, ਸਾਡੀ ਸਾਰੀਆਂ ਕੰਡੀਸ਼ਨਾਂ ਨੂੰ ਫੁੱਲਫਿਲ ਕਰਦੀ ਪਈ ਹੈ ਤੇ ਇਹ ਸਾਡਾ ਰਾਈਟ ਆਨਸਰ ਹੈਗਾ ਆ। ਹੁਣ ਬੇਟਾ ਆਪਾਂ 22 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ। 22 ਨੰਬਰ ਸਵਾਲ 'ਚ ਦੇਖਦੇ ਹਾਂ ਕਿਸ ਤਰ੍ਹਾਂ ਕਿਰਤੀਆਂ ਚੱਲਦੀਆਂ ਪਈਆਂ ਆ। 22 ਨੰਬਰ ਸਵਾਲ ਦੇ ਵਿੱਚ ਆ ਉੱਪਰ ਪ੍ਰੋਬਲਮ ਫਿਗਰ ਦਿੱਤੀ ਹੋਈ ਹੈ, ਇਹਦੇ ਵਿੱਚ ਕੁਝ ਜਮ੍ਹਾਂ ਦੇ ਨਿਸ਼ਾਨ ਹੈਗੇ ਹਨਾ, ਕੁਝ ਗੁਣਾ ਦੇ। ਤਾਂ ਇਹ ਆਪਾਂ ਦੇਖਾਂਗੇ ਕਿ ਇਸ ਲੜੀ 'ਚ ਚੱਲਦੇ ਪਏ ਤਾਂ ਜੋ ਆਪਾਂ ਚੌਥਾ ਘਰ ਲੱਭ ਸਕੀਏ, ਚੌਥੇ ਘਰ 'ਚ ਕੀ ਆਊਗਾ। ਤਾਂ ਬੇਟਾ ਆ ਦੇਖੋ, ਪਹਿਲਾਂ ਸਾਰੇ ਹੀ 9 ਦੇ 9 ਜਮ੍ਹਾਂ ਦੇ ਨਿਸ਼ਾਨ, ਫਿਰ ਉੱਪਰ ਇੱਕ ਗੁਣਾ ਦਾ ਨਿਸ਼ਾਨ ਬਣ ਗਿਆ ਅਗਲੇ ਸਟੈਪ ਦੇ ਵਿੱਚ, ਠੀਕ ਹੈ ਬੇਟਾ। ਉਦੋਂ ਅਗਲੇ ਸਟੈਪ ਦੇ ਵਿੱਚ ਉੱਪਰਲੀ ਲਾਈਨ 'ਚੋਂ ਗੁਣਾ ਦਾ ਨਿਸ਼ਾਨ ਇੱਕ ਹੀ ਰਹਿ ਗਿਆ, ਹੇਠਲੀ ਲਾਈਨ ਦੇ ਵਿੱਚ 2 ਗੁਣਾ ਦੇ ਨਿਸ਼ਾਨ ਬਣ ਗਏ, ਠੀਕ ਹੈ ਬੇਟਾ। ਤਾਂ ਇਦੋਂ ਅਗਲੇ ਸਟੈਪ ਦੇ ਵਿੱਚ ਬੇਟਾ ਹੇਠਲੀ ਲਾਈਨ 'ਚ ਸੇਮ ਹੀ ਰਹਿ ਜਾਊਗਾ, ਉੱਪਰਲੇ ਪਾਸੇ ਇੱਕ ਗੁਣਾ ਦਾ ਨਿਸ਼ਾਨ ਹੈ ਜਿਹੜਾ ਉਹ ਹੋਰ ਐਡ ਹੋ ਜਾਊਗਾ। ਤਾਂ ਆਪਾਂ ਇਹਦੇ ਹਿਸਾਬ ਦੇ ਨਾਲ ਦੇਖਾਂਗੇ, ਪਹਿਲਾਂ ਇੱਕ ਸੀ ਫਿਰ 2, ਫਿਰ ਹੇਠਲਾ, ਉਦੋਂ ਅਗਲਾ ਸਟੈਪ ਤਾਂ ਸਾਡੇ ਕੋਲੇ ਆਉਣਾ ਹੀ ਨਹੀਂ, ਠੀਕ ਹੈ। ਤਾਂ ਇਹਦੇ ਵਿੱਚ ਅਸੀਂ ਦੇਖ ਲਾਂਗੇ ਬੇਟਾ, ਜਦੋਂ 4 ਨੰਬਰ ਆਕ੍ਰਿਤੀ ਨੂੰ ਧਿਆਨ ਨਾਲ ਦੇਖਦੇ, ਉੱਪਰਲੇ ਪਾਸੇ 2 ਗੁਣਾ ਦੇ ਨਿਸ਼ਾਨ, ਹੇਠਲੇ ਪਾਸੇ ਉਹੀ 2 ਗੁਣਾ ਦੇ ਨਿਸ਼ਾਨ ਹੈਗੇ ਆ। ਤਾਂ ਇਹ ਗੱਲ ਫਿਗਰ ਹੈ ਜਿਹੜੀ ਸਾਰੀ ਸਾਡੀ ਕੰਡੀਸ਼ਨ ਨੂੰ ਫੁੱਲਫਿਲ ਕਰਦੀ ਪਈ, ਇਸ ਕ੍ਰਮ ਨੂੰ ਪੂਰਾ ਕਰਦੀ ਪਈ। ਇਸ ਕਰਕੇ 4 ਨੰਬਰ ਆਕ੍ਰਿਤੀ ਤੇ ਅਸੀਂ ਟਿਕ ਕਰ ਦਾਂਗੇ, ਇਹ ਸਾਡਾ ਰਾਈਟ ਆਨਸਰ ਬਣਦਾ ਪਿਆ ਆ। ਸੋ ਬੇਟਾ ਇਹ ਸੀ ਸਵਾਲ ਨੰਬਰ 22। ਹੁਣ ਆਪਾਂ ਸਵਾਲ ਨੰਬਰ 23 ਬਾਰੇ ਗੱਲ ਕਰਾਂਗੇ। 23 ਨੰਬਰ ਕੁਐਸਚਨ ਨੂੰ ਅਸੀਂ ਧਿਆਨ ਨਾਲ ਆਬਜ਼ਰਵ ਕਰਾਂਗੇ ਵੀ ਇਹਨਾਂ ਦੇ ਵਿੱਚ ਕੋਈ ਨਾ ਕੋਈ ਕ੍ਰਮ ਬਣਦਾ ਪਿਆ ਆ, ਠੀਕ ਹੈ। ਆ ਪਹਿਲਾਂ 6 ਬਣੇ ਹੋਏ ਆ ਬੇਟਾ, ਫਿਰ 6 ਅਗਲੇ ਸਟੈਪ ਦੇ ਉੱਤੇ ਜਾ ਕੇ ਇਹਦਾ ਬਿਲਕੁਲ ਪਾਸਾ ਪਲਟ ਦਿੱਤਾ, ਜਾਂ ਇਹਨੂੰ ਆਪਾਂ ਮਿਰਰ ਇਮੇਜ ਵੀ ਕਹਿ ਸਕਦੇ ਹਾਂ, ਠੀਕ ਹੈ। ਸ਼ੀਸ਼ੇ ਦੇ ਵਿੱਚ ਕਿਸ ਤਰ੍ਹਾਂ ਇਮੇਜ ਪਲਟ ਜਾਂਦੀ ਹੈ, ਜਾਂ ਇਹਨੂੰ ਇੱਥੋਂ ਚੱਕ ਕੇ ਇਸ ਤਰ੍ਹਾਂ ਪਲਟ ਦਿਓ, ਠੀਕ ਹੈ। ਇਸੇ ਤਰ੍ਹਾਂ ਉਦੋਂ ਅਗਲੇ ਸਟੈਪ ਦੇ ਵਿੱਚ 9 ਹੈਗਾ, ਤਾਂ 9 ਨੂੰ ਬਿਲਕੁਲ ਚੱਕ ਕੇ ਅਸੀਂ ਜਦੋਂ ਪਰਲੇ ਪਾਸੇ ਨੂੰ ਪਲਟ ਦੇਵਾਂਗੇ ਤਾਂ ਮਿਰਰ ਇਮੇਜ ਬਣ ਜੂਗੀ। ਤਾਂ ਇਹਦੇ ਵਿੱਚੋਂ ਬੇਟਾ ਆਹ ਜਿਹੜੀ ਕੰਡੀਸ਼ਨ ਹੈਗੀ ਹੈ, ਜਦੋਂ ਆਪਾਂ ਬਿਲਕੁਲ ਪਲਟਦੇ ਹਾਂ ਤਾਂ ਇਸ ਤਰ੍ਹਾਂ ਦੀ ਇਮੇਜ ਉਹ ਬਣੂਗੀ, ਠੀਕ ਹੈ ਬੇਟਾ। ਤਾਂ ਇਹ ਜਿਹੜਾ ਮਿਰਰ ਇਮੇਜ ਵਾਲਾ ਹੈਗਾ ਆ ਸਵਾਲ, ਇਹ ਵੀ ਦੇਖ ਲੈਣਾ ਸ਼ੀਸ਼ੇ ਦੇ ਵਿੱਚ ਕਿਸ ਤਰ੍ਹਾਂ ਦੀ ਆਕ੍ਰਿਤੀ ਬਣਦੀ ਹੁੰਦੀ ਹੈ, ਠੀਕ ਆ। ਉਸ ਹਿਸਾਬ ਨਾਲ ਪਾਸੇ ਪਲਟ ਜਾਂਦੇ ਆ ਇਹਦੇ ਬਿਲਕੁਲ। ਤਾਂ ਇਹ 2 ਨੰਬਰ ਆਕ੍ਰਿਤੀ ਹੈ ਜਿਹੜੇ ਸਾਡੇ ਉੱਤਰ ਨੂੰ ਫੁੱਲਫਿਲ ਕਰਦੀ ਪਈ ਹੈ, ਇਸ ਕਰਕੇ ਇਹਨੂੰ ਅਸੀਂ ਟਿਕ ਕਰ ਦੇਵਾਂਗੇ। ਸੋ ਇਹ ਸਾਡਾ ਆਨਸਰ ਹੋ ਜਾਊਗਾ। ਹੁਣ ਬੇਟਾ ਆਪਾਂ ਪਹੁੰਚ ਗਏ ਸਵਾਲ ਨੰਬਰ 24 ਦੇ ਉੱਤੇ, ਦੇਖਦੇ ਹਾਂ ਸਵਾਲ ਨੰਬਰ 24 'ਚ ਕੀ ਕਹਿੰਦਾ ਪਿਆ। ਉੱਪਰ ਸਾਡੇ ਕੋਲੇ ਪ੍ਰੋਬਲਮ ਫਿਗਰ ਦਿੱਤੀ ਹੋਈ ਹੈ ਤੇ ਥੱਲੇ ਆਨਸਰ ਫਿਗਰ ਹੈ। ਪ੍ਰੋਬਲਮ ਫਿਗਰ ਤਿੰਨਾਂ ਦੇ ਵਿੱਚ ਕੋਈ ਨਾ ਕੋਈ ਲੜੀ ਚੱਲਦੀ ਪਈ ਆ, ਉਹ ਲੜੀ ਦੇਖਣੀ ਹੈ ਤੇ ਇਹ ਸੰਸਾਰੀ ਅਸੀਂ ਦੱਸਣਾ ਚੌਥੇ ਘਰ 'ਚ ਕਿਹੜੀ ਆਕ੍ਰਿਤੀ ਹੈ ਜਿਹੜੀ ਬਣੂਗੀ। ਤਾਂ ਬੇਟਾ ਆਹ ਬਣੀ ਹੋਈ ਹੈ ਆਕ੍ਰਿਤੀ, ਠੀਕ ਹੈ। ਤੇ ਇਹ ਆਕ੍ਰਿਤੀ ਦੇ ਵਿੱਚ ਇੱਕ ਸੈਂਟਰ ਦੇ ਵਿੱਚ ਚਤੁਰਭੁਜ ਆ, ਗੋਲਾ ਆ, ਆਹ ਡਾਇਗਨਲ ਵਰਗ ਬਣਿਆ ਹੋਇਆ ਆ ਤੇ ਆ ਟ੍ਰਾਇੰਗਲ ਬਣੀ ਹੋਈ ਹੈ, ਠੀਕ ਹੈ। ਅਗਲੀ ਆਕ੍ਰਿਤੀ ਦੇ ਵਿੱਚ ਬੇਟਾ ਕੀ ਹੁੰਦਾ, ਇਸ ਪਾਸੇ ਤੋਂ ਆ ਗੋਲਾ ਉੱਪਰਲੇ ਪਾਸੇ ਉਹਦੇ ਸਿਰੇ ਤੇ ਲੱਗ ਜਾਂਦਾ ਹੈ, ਠੀਕ ਹੈ। ਉਦੋਂ ਅਗਲੀ ਆਕ੍ਰਿਤੀ ਦੇ ਵਿੱਚ ਆ ਜਿਹੜਾ ਡਾਇਗਨਲ ਨਿਕਲ ਕੇ, ਡਾਇਗਨਲ ਵਰਗ ਨਿਕਲ ਕੇ ਇਸ ਬਿੰਦੂ ਦੇ ਉੱਤੇ ਲੱਗ ਜਾਂਦਾ ਉਹਦੇ ਸਿਰੇ ਦੇ ਉੱਤੇ। ਉਦੋਂ ਅਗਲੀ ਆਕ੍ਰਿਤੀ ਦੇ ਵਿੱਚ ਬੇਟਾ ਆ ਟ੍ਰਾਇੰਗਲ ਇੱਥੇ ਨਿਕਲ ਕੇ ਇਸ ਸਿਰੇ ਦੇ ਉੱਤੇ ਲੱਗ ਜਾਊਗੀ, ਬਾਕੀ ਆ ਜਿਹੜਾ ਆ ਵਰਗ ਆ ਜਿਹੜਾ ਵਿੱਚੇ ਰਹਿ ਜਾਊਗਾ। ਤਾਂ ਬੇਟਾ ਜਦੋਂ ਅਸੀਂ ਧਿਆਨ ਦੇ ਨਾਲ ਦੇਖਦੇ ਹਾਂ ਤਾਂ ਇਹਦੇ ਵਿੱਚ ਬੇਟਾ ਆ ਦੇਖੋ, ਆਹ ਆਕ੍ਰਿਤੀ ਹੈ ਜਿਹੜੀ, ਇਹਦੇ ਵਿੱਚ ਆ ਗੋਲਾ ਵੀ ਉੱਥੇ ਆ ਡਾਇਗਨਲ ਵਰਗ ਵੀ ਇੱਥੇ, ਤੇ ਟ੍ਰਾਇੰਗਲ ਵਾਲਾ ਪੋਰਸ਼ਨ ਜਿਹੜਾ ਐਰੋ ਵਾਲਾ ਪੋਰਸ਼ਨ ਇੱਥੇ ਲੱਗ ਗਿਆ, ਆ ਵਰਗ ਇੱਥੇ ਰਹਿ ਗਿਆ,
ਹੈ ਨਾ। ਤੇ ਇਸ ਕਰਕੇ ਆਹ 4 ਨੰਬਰ ਅਕੇਤੀ ਸਾਰੀਆਂ ਕੰਡੀਸ਼ਨਾਂ ਨੂੰ ਫੁੱਲਫਿਲ ਕਰਦੀ ਪਈ ਹੈ, ਇਸ ਕਰਕੇ ਇਹਨੂੰ ਅਸੀਂ ਟਿਕ ਕਰ ਦੇਵਾਂਗੇ। ਇਹ ਸਾਡੀ ਆਨਸਰ ਫਿਗਰ ਹੋਊਗੀ। ਸੋ ਬੇਟਾ ਇਹ ਸੀ ਸਵਾਲ ਨੰਬਰ 24। ਹੁਣ ਆਪਾਂ ਸਵਾਲ ਨੰਬਰ 25 ਤੇ ਪਹੁੰਚ ਗਏ। ਆਪਾਂ ਦੇਖਦੇ ਸਵਾਲ ਨੰਬਰ 25 ਕਿਸ ਤਰ੍ਹਾਂ ਚੱਲਦਾ ਪਿਆ। ਤਾਂ ਸਵਾਲ ਨੰਬਰ 25 ਨੂੰ ਆਪਾਂ ਧਿਆਨ ਦੇ ਨਾਲ ਆਬਜ਼ਰਵ ਕਰਾਂਗੇ ਵੀ ਇਹ ਕਿਸ ਤਰ੍ਹਾਂ ਚੱਲਦਾ ਪਿਆ। ਆਹ 3 ਪ੍ਰੋਬਲਮ ਫਿਗਰ ਦੇ ਵਿੱਚ ਕ੍ਰਮ ਚੱਲਦਾ ਪਿਆ, ਠੀਕ ਹੈ। ਐਸੇ ਕ੍ਰਮ ਦੇ ਅਨੁਸਾਰ ਆਪਾਂ ਚੌਥੇ ਦੇ ਵਿੱਚ ਦੇਖਾਂਗੇ ਕੀ ਆਉਣਾ ਚਾਹੀਦਾ। ਤਾਂ ਬੇਟਾ ਇਹ ਇੱਕ ਫੁੱਲ ਬਣਿਆ ਹੋਇਆ 1 2 3 4 5 ਪੱਤੀਆਂ ਵਾਲਾ, ਠੀਕ ਹੈ। ਅਗਲੇ ਸਟੈਪ ਦੇ ਵਿੱਚ ਇਹ ਕੀ ਕਰਦਾ ਪਿਆ, 4 ਪੱਤੀਆਂ ਰਹਿ ਜਾਂਦੀਆਂ। ਆ ਇੱਕ ਪੱਤੀ ਦੀ ਇੱਕ ਲਾਈਨ ਹੈ ਜਿਹੜੀ ਉਹ ਇਧਰਲੇ ਪਾਸਿਓਂ ਹਟਾ ਦਿੰਦਾ ਆ, ਠੀਕ ਹੈ ਬੇਟਾ। ਉਦੋਂ ਅਗਲੇ ਸਟੈਪ ਦੇ ਵਿੱਚ ਬੇਟਾ ਇਹ ਕੀ ਕਰਦਾ ਪਿਆ, 2 ਲਾਈਨਾਂ ਹੋਰ ਹਟਾ ਦਿੰਦਾ ਆ। ਪਹਿਲਾਂ ਇੱਕ ਲਾਈਨ ਹਟਾਤੀ ਇਹਨੇ ਪੱਤੀ ਦੀ, ਫਿਰ 2 ਲਾਈਨਾਂ ਹਟਾ ਦਿੱਤੀਆਂ, ਠੀਕ ਹੈ ਬੇਟਾ। ਹੁਣ ਪਹਿਲਾਂ 1 ਫਿਰ 2 ਤੇ ਫਿਰ 3 ਲਾਈਨਾਂ ਹਟਾਊਗਾ ਬੇਟਾ ਕ੍ਰਮ ਅਨੁਸਾਰ। ਇਸ ਕਰਕੇ ਇੱਕ ਆ ਲਾਈਨ ਚੱਕੂਗਾ, ਦੂਜੀ ਆਹਾ ਤੇ ਤੀਜੀ ਆਹਾ। ਆ 3 ਲਾਈਨਾਂ ਚੱਕ ਕੇ ਤੇ ਆ ਕੱਲੀਆਂ 2 ਹੀ ਪੱਤੀਆਂ ਬਚੀਆਂ ਰਹਿ ਜਾਣਗੀਆਂ, ਠੀਕ ਹੈ। ਤਾਂ ਜਦੋਂ ਅਸੀਂ ਦੇਖਦੇ ਹਾਂ 3 ਨੰਬਰ ਅਕੇਤੀ ਹੈ ਜਿਹੜੀ ਉਹ ਸਾਰੀ ਕੰਡੀਸ਼ਨ ਨੂੰ ਫੁੱਲਫਿਲ ਕਰਦੀ ਪਈ ਹੈ, ਠੀਕ ਹੈ। ਉਸੇ ਤਰ੍ਹਾਂ ਹੀ ਉਹ 3 ਲਾਈਨਾਂ ਚੁੱਕੀਆਂ ਗਈਆਂ ਇਹਦੇ ਵਿੱਚੋਂ। ਤਾਂ 3 ਨੰਬਰ ਕੰਡੀਸ਼ਨ ਨੂੰ ਫੁੱਲਫਿਲ ਕਰਨ ਕਰਕੇ ਸਾਡਾ ਰਾਈਟ ਆਨਸਰ ਬਣਦਾ ਪਿਆ। ਇਹਨੂੰ ਅਸੀਂ ਟਿਕ ਕਰ ਦੇਵਾਂਗੇ। ਸੋ ਇਹ ਸੀਗਾ ਬੇਟਾ ਸਵਾਲ ਨੰਬਰ 25। ਤਾਂ ਬੇਟਾ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਜਾਂਦਾ ਵੀ ਹਾਰਡ ਐਂਡ ਫਾਸਟ ਰੂਲ ਨਹੀਂ ਅਡਾਪਟ ਹੋਣੇ। ਤੁਸੀਂ ਜਸਟ ਮੌਕੇ ਦੇ ਉੱਤੇ ਆਕ੍ਰਿਤੀਆਂ ਨੂੰ ਦੇਖਣਾ ਆ, ਉਹ ਕਿਸੇ ਨਾ ਕਿਸੇ ਕ੍ਰਮ ਦੇ ਵਿੱਚ ਚੱਲਦੀਆਂ ਪਈਆਂ, ਠੀਕ ਹੈ। ਜਿੰਨਾ ਤੁਹਾਡਾ ਅਭਿਆਸ ਹੋ ਜਾਊਗਾ ਫਿਰ ਤੁਹਾਨੂੰ ਸੌਖਾ ਲੱਗਣ ਲੱਗ ਪਊਗਾ। ਸੋ ਇਸ ਕਰਕੇ ਇਹਨਾਂ ਦਾ ਅਭਿਆਸ ਕਰਕੇ ਬੇਟਾ ਅਗਲੇ ਸਵਾਲ ਆਪ ਵੀ ਕਰਨੇ ਆ। ਵੀਡੀਓ ਦੇ ਉੱਤੇ ਡਿਪੈਂਡ ਨਹੀਂ ਰਹਿਣਾ ਵੀ ਵੀਡੀਓ ਆਊਗੀ ਤਾਂ ਫਿਰ ਅਸੀਂ ਸਿੱਖਾਂਗੇ। ਕੋਸ਼ਿਸ਼ ਕਰਕੇ ਟਿਕ ਕਰਕੇ ਰੱਖੋ, ਜਦੋਂ ਵੀਡੀਓ ਆਉਂਦੀ ਆ ਉਹਦੇ ਨਾਲ ਟੈਲੀ ਕਰ ਲਓ ਤੁਸੀਂ, ਠੀਕ ਆ ਬੇਟਾ। ਸੋ ਅਭਿਆਸ ਬੇਟਾ ਬਹੁਤ ਜ਼ਰੂਰੀ ਹੈਗਾ ਆ। ਤੇ ਇਹ ਵੀਡੀਓ ਦੇਖ ਕੇ ਤੁਸੀਂ ਜੋ ਰੱਬ ਰੂਪੀ ਬੱਚਿਆਂ ਨੇ ਸੇਵਾ ਦਾ ਮੌਕਾ ਦਿੱਤਾ, ਇਹਦੇ ਲਈ ਤੁਹਾਡਾ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਬੇਟਾ।